Today we will discuss about accelerated motion. ਮੋਸ਼ਨ ਨੂੰ ਆਪਾਂ ਐਕਸਲਰੇਟਡ ਮੋਸ਼ਨ ਕਦੋਂ ਕਵਾਂਗੇ? ਜਦੋਂ ਜਿਹੜੀ ਨਾਨ ਯੂਨੀਫਾਰਮ ਮੋਸ਼ਨ ਹੁੰਦੀ ਹੈ ਉਸ ਨਾਨ ਯੂਨੀਫਾਰਮ ਮੋਸ਼ਨ ਦੇ ਵਿੱਚ ਵੈਲੋਸਿਟੀ ਕੰਟੀਨਿਊਸਲੀ ਚੇਂਜ ਹੋਈ ਜਾਵੇ, ਮਤਲਬ ਵੈਲੋਸਿਟੀ ਇਨਕਰੀਜ਼ ਜਾਂ ਡਿਕਰੀਜ਼ ਹੋਵੇ, ਵੈਲੋਸਿਟੀ ਚੇਂਜ ਹੋਵੇ, ਦੈਨ ਅਸੀਂ ਮੋਸ਼ਨ ਨੂੰ ਬੋਲ ਦਾਂਗੇ ਐਕਸਲਰੇਟਡ ਮੋਸ਼ਨ। ਇਹਦੀ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ। ਅਗਰ ਅਸੀਂ ਰੋਡ ਤੇ ਮੂਵ ਕਰਦੇ ਪਏ ਹਾਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ, ਯਾਨੀ A to B ਮੂਵ ਕਰਦੇ ਪਏ ਹਾਂ ਔਰ ਇਹਦੀ ਵੈਲੋਸਿਟੀ ਲਗਾਤਾਰ ਚੇਂਜ ਹੋ ਰਹੀ ਆ, ਇਸ ਪੁਆਇੰਟ ਤੇ ਕੁਝ ਹੋ ਰਿਹਾ, ਇਸ ਪੁਆਇੰਟ ਤੇ ਕੁਝ ਹੋ ਰਿਹਾ, ਚੇਂਜ ਹੋ ਰਹੀ ਹੈ, ਠੀਕ ਹੈ, ਤਾਂ ਅਸੀਂ ਮੋਸ਼ਨ ਨੂੰ ਬੋਲ ਦਾਂਗੇ ਐਕਸਲਰੇਟਡ ਮੋਸ਼ਨ। ਹੁਣ ਐਕਸਲਰੇਟਡ ਮੋਸ਼ਨ ਵੀ ਅੱਗੋਂ ਦੋ ਟਾਈਪ ਦੀ ਆ ਕਿ ਅਗਰ ਜਿਹੜੀ ਵੈਲੋਸਿਟੀ ਆ ਕੰਟੀਨਿਊਸਲੀ ਚੇਂਜ ਹੋ ਰਹੀ ਆ, ਮਤਲਬ ਰੈਗੂਲਰਲੀ ਚੇਂਜ ਹੋ ਰਹੀ ਆ। ਮੰਨ ਲਓ ਇਸ ਤੋਂ ਇੰਨੇ ਕੁ ਪੁਆਇੰਟ ਦੇ ਵਿੱਚ ਇਹਦੀ ਵੈਲੋਸਿਟੀ 2 ਸੀਗੀ, ਨੈਕਸਟ ਵਿੱਚ ਫਿਰ ਕੀ ਹੋਗੀ 4, ਮਤਲਬ ਇਹਨਾਂ ਦੇ ਵਿੱਚ ਵੀ 2 ਦਾ ਡਿਫਰੈਂਸ ਹੈ, ਅੱਗੇ ਫਿਰ 2 ਦਾ ਡਿਫਰੈਂਸ ਹੈ, ਨੈਕਸਟ ਫਿਰ 2 ਦਾ ਡਿਫਰੈਂਸ, ਯਾਨੀ ਇੱਥੇ 6 ਹੋਗੀ, ਠੀਕ ਹੈ। ਇਦਾਂ ਇੰਕਰੀਜ਼ ਹੋ ਰਹੀ ਹੈ, ਦੈਨ ਇਹਨੂੰ ਅਸੀਂ ਬੋਲਾਂਗੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ। ਬਟ ਇਨ ਕੇਸ ਅਗਰ ਇਹ ਜਿਹੜੀ ਵੇਰੀਏਸ਼ਨ ਹੈ ਕਿੱਦਾਂ ਹੋ ਰਹੀ ਹੈ, 2 ਹੋਗੀ, ਫਿਰ ਮੰਨ ਲਓ A ਪੁਆਇੰਟ ਹੈ, ਦੂਸਰੇ ਵਾਲਾ B ਪੁਆਇੰਟ ਹੈ, ਇੰਨੇ ਕਿ ਇੰਟਰਵਲਸ 2 ਮੀਟਰ ਪਰ ਸੈਕਿੰਡ ਦੀ ਨਾਲ ਚੇਂਜ ਹੋਈ ਹੈ। ਨੈਕਸਟ ਵਾਲੇ ਵਿੱਚ ਇਹਦੀ ਮੰਨ ਲਓ ਹੋਗੀ 3, ਮੀਨਸ ਟੋਟਲ ਡਿਫਰੈਂਸ ਕੀ ਹੋ ਗਿਆ 1 ਦਾ, ਔਰ ਇਹਦੇ ਵਿੱਚ ਕਿੰਨੇ ਦਾ 2 ਦਾ। ਨੈਕਸਟ ਇਹਦਾ ਹੀ ਨॉन यूनिफॉर्म, ਇਹ ਕੀ ਬੋਲਾਂਗੇ नॉन यूनिफॉर्म, ਮਤਲਬ ਇੰਟਰਵਲ ਜੋ ਹੈ ਸੇਮ ਨਹੀਂ ਹੈਗਾ। ਅਗਰ ਸੇਮ ਇੰਟਰਵਲ ਹੈ, ਡਿਫਰੈਂਸ ਸੇਮ ਹੈ, ਦੈਨ यूनिफॉर्म ਹੈ, ਅਦਰਵਾਈਜ਼ नॉन यूनिफॉर्म ਹੈ। ਤਾਂ ਅਸੀਂ ਬੋਲ ਸਕਦੇ ਹਾਂ ਐਕਸਲਰੇਟਡ ਮੋਸ਼ਨ 2 ਟਾਈਪ ਦੀ, ਇੱਕ ਤਾਂ ਹੈਗੀ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ, ਦੂਸਰੀ ਹੈਗੀ नॉन यूनिफॉर्मली ਐਕਸਲਰੇਟਡ ਮੋਸ਼ਨ। ਨੈਕਸਟ ਆਪਾਂ ਗੱਲ ਕਰਦੇ ਹਾਂ ਐਕਸਲਰੇਸ਼ਨ ਦੀ। ਐਕਸਲਰੇਸ਼ਨ ਕੀ ਹੈ? ਚੇਂਜ ਇਨ ਵੈਲੋਸਿਟੀ ਵਿਦ ਟਾਈਮ। ਐਕਸਲਰੇਸ਼ਨ ਨੂੰ ਅਸੀਂ ਜਨਰਲੀ A ਸਾਈਨ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤਾਂ ਡੈਫੀਨੇਸ਼ਨ ਕੀ ਹੈ? ਐਕਸਲਰੇਸ਼ਨ ਆਫ ਐਨ ਆਬਜੈਕਟ ਇਨ ਮੋਸ਼ਨ ਇਜ਼ ਡਿਫਾਈਨਡ ਐਜ਼ ਦੀ ਰੇਸ਼ੋ ਆਫ ਚੇਂਜ ਇਨ ਵੈਲੋਸਿਟੀ ਐਂਡ ਕੋਰਸਪੋਂਡਿੰਗ ਟੂ ਦੀ ਟਾਈਮ ਟੇਕਨ ਬਾय ਦਾ ਆਬਜੈਕਟ। ਤਾਂ ਅਸੀਂ ਬੋਲਾਂਗੇ ਐਕਸਲਰੇਸ਼ਨ ਕੀ ਹੋਗੀ? that is represented by A is equal to change in velocity divide by time taken। एक्सलरेशन की एक वैक्टर क्वांटिटी आ, क्यों? क्योंकि जो साडी वेलोसिटी आ वो भी एक वैक्टर क्वांटिटी आ, वेलोसिटी वैक्टर क्वांटिटी है, देन एक्सलरेशन भी एक वैक्टर क्वांटिटी है, ठीक है जी। जेकर जिहड़ी वेलोसिटी है पॉजिटिव मीनस नाल इनक्रीज हो रही है, मान लैने कि पहला 2 मीटर पर सेकेंड सीगी, इनक्रीज होके 5 मीटर पर सेकेंड होगी, इनक्रीज होके 7 मीटर पर सेकेंड होगी, इस चीज नूं असीं बोलांगे एक्सलरेशन। बट दूसरी साइड ते अगर पहला सपोज टू बी 10 मीटर पर सेकेंड सीगी, डिक्रीज हो रही है, मान लो 8 होगी, फिर 5 होगी, तो इस चीज नूं असीं की बोलांगे रिटार्डेशन। सो ਅਸੀਂ बोल सकते हैं एक्सलरेशन इज पॉजिटिव इफ वेलोसिटी इज इंक्रीजिंग एंड एक्सलरेशन इज नेगेटिव इफ वेलोसिटी इज डिक्रीजिंग, then this negative acceleration if we say retardation। यूनिट की होंगी एक्सलरेशन दे मीटर पर सेकेंड स्क्वायर, ते डायमेंशन फॉर्मूला की होगा डायमेंशंस that are equal to m0 l t minus 2। नेक्स्ट आप देखते हैं डेफिनेशंस यूनिफॉर्म एक्सलरेशन और वेरिएबल यानी नॉन यूनिफॉर्म एक्सलरेशन दी। यूनिफॉर्म एक्सलरेशन ਨੂੰ ਅਸੀਂ ਕਦੋਂ ਕਵਾਂਗੇ? ਇਫ ਵੈਲੋਸਿਟੀ ਚੇਂजेस ਬਾਈ ਇਕੁਅਲ ਅਮਾਉਂਟ ਇਨ ਇਕੁਅਲ ਇੰਟਰਵਲ ਆਫ ਟਾਈਮ। ਬਟ ਵੇਰੀਏਬਲ ਐਕਸਲਰੇਸ਼ਨ ਅਗਰ ਜਿਹੜੀ ਵੈਲੋਸਿਟੀ ਹੈ ਚੇਂਜ ਹੋ ਰਹੀ ਹੈ ਅਨਇਕੁਅਲ ਅਮਾਉਂਟ ਦੇ ਵਿੱਚ ਇਨ ਇਕੁਅਲ ਇੰਟਰਵਲ ਆਫ ਟਾਈਮ। ਨੈਕਸਟ ਅਸੀਂ ਗੱਲ ਕਰਦੇ ਹਾਂ ਐਵਰੇਜ ਐਕਸਲਰੇਸ਼ਨ ਦੀ। ਜਦੋਂ ਆਬਜੈਕਟ ਹੈ ਵੇਰੀਏਬਲ ਐਕਸਲਰੇਸ਼ਨ ਨਾਲ ਜਾ ਰਿਹਾ ਤਾਂ ਅਸੀਂ ਐਵਰੇਜ ਐਕਸਲਰੇਸ਼ਨ ਫਾਈਂਡ ਆਊਟ ਕਰਾਂਗੇ। ਔਰ ਇਹ ਐਵਰੇਜ ਐਕਸਲਰੇਸ਼ਨ ਕੀ ਹੈ? ਚੇਂਜ ਇਨ ਵੈਲੋਸਿਟੀ ਪਰ ਯੂਨਿਟ ਟੋਟਲ ਟਾਈਮ ਟੇਕਨ ਬਾय ਆਬਜੈਕਟ। ਤਾਂ ਅਸੀਂ ਵੀ ਐਵਰੇਜ ਕਿਵੇਂ ਲਿਖਾਂਗੇ? ਸੌਰੀ, ਐਕਸਲਰੇਸ਼ਨ ਐਵਰੇਜ ਕੀ ਲਿਖਾਂਗੇ? ਵੈਕਟਰ ਕੁਆਂਟੀਟੀ ਉੱਪਰ ਅਸੀਂ ਵੈਕਟਰ ਪਾਤਾ, ਲਿਖਾਂਗੇ ਕਿ ਟੋਟਲ ਚੇਂਜ ਇਨ ਵੈਲੋਸਿਟੀ by total time taken। चेंज इन वेलोसिटी, चेंज ਨੂੰ ਅਸੀਂ ਹਮੇਸ਼ਾ ਸਿੰਬਲ ਡੈਲਟਾ ਨਾਲ ਰਿਪਰੈਜ਼ੈਂਟ ਕਰਦੇ ਹਾਂ, ਡੈਲਟਾ V
बाय डेल्टा टी। चेंज इन वेलोसिटी ਅਸੀਂ ਮੰਨ ਲੈਂਦੇ ਆ ਦੋ ਇੰਟਰਵਲ ਉੱਤੇ ਕੀ ਆ, ਇੱਕ ਟਾਈਮ ਇੰਟਰਵਲ t1 ਹੈ ਉਦੋਂ ਸਾਡੀ ਵੈਲੋਸਿਟੀ v1 ਸੀ, ਟਾਈਮ ਇੰਟਰਵਲ t2 ਤੇ ਸਾਡੀ ਵੈਲੋਸਿਟੀ v2 ਹੋਗੀ। ठीक है, इनिशियल और ये फाइनल आ तो साढ़े को चेंज इन वेलोसिटी क्या आएगा v2 माइनस v1, चेंज इन टाइम क्या आएगा t2 माइनस t1। नैक्सट आप देखते हैं फॉर्मूले फॉर यूनीफॉर्मली एक्सेलरेटेड मोशन। तो पहला असीं देखते हैं कि कोई ऑब्जेक्ट ओ पोजीशन उत्ते पिया होया एट टाइम t इज इक्वल टू 0 पर, थोड़ा टाइम बाद एट टाइम t इज इक्वल टू t उपर पार्टिकल ए पोजीशन उत्ते पहुंच रहा और वो कितना डिस्टेंस ट्रैवल कर रहा दैट इज इक्वल टू x। एट पॉइंट b पहुंच रहा थोड़ा टाइम बाद एट टाइम t इज इक्वल टू t डैश अज्यूम कर लिया और जो साडा o तो लेके b तक दा डिस्टेंस है दैट इज इक्वल टू x डैश। जो o तो लेके x एक्सिस वाल ट्रैवल कर रहा मान लेने कि ऑब्जेक्ट यूनिफॉर्मली एक्सेलरेटेड मोशन नाल जा रहा। अगर यूनिफॉर्मली एक्सेलरेटेड मोशन इट मींस एक्सेलरेशन इज कांस्टेंट। यूनिफॉर्मली एक्सेलरेटेड मतलब सेम एक्सेलरेशन रह रही है, एक्सेलरेशन कांस्टेंट रह रही है। ठीक है, तो एक्सेलरेशन साडी कांस्टेंट होगी। ता एक्सेलरेशन की हुंदी है चेंज इन वेलोसिटी। फाइनल वेलोसिटी की है, फाइनली वो b ते पहुंच रहा, फाइनल वेलोसिटी साडे कोल की आएगी इथों किन्नी वेलोसिटी नाल जा रहा है मान लेने फाइनल v डैश है और इनिशियल ओदी की ले लेने v, इनिशियल वेलोसिटी दैट इज इक्वल टू v एंड फाइनल वेलोसिटी दैट इज इक्वल टू v डैश। इथों v डैश वेलोसिटी नाल जा रहा है और इथों v वेलोसिटी नाल मूव कर रहा। ठीक है, तो एक्सेलरेशन की हुंदा चेंज इन वेलोसिटी मींस फाइनल वेलोसिटी माइनस इनिशियल वेलोसिटी। तो फाइनल की हो गया v डैश माइनस इनिशियल v डिवाइड बाय की हुंदा टाइम, चेंज इन टाइम फाइनल टाइम माइनस इनिशियल टाइम यानी t डैश माइनस t दैट इज इक्वल टू a इज इक्वल टू v डैश माइनस v अपॉन t डैश माइनस t। ठीक है जी, क्रॉस मल्टीप्लाई किया v डैश माइनस v दैट इज इक्वल टू a इंटू t डैश माइनस t। इट मीनस a बाय 1 होया ना, क्रॉस मल्टीप्लाई कर दो। सो साडी इथों इक्वेशन की आ जाएगी v डैश इज इक्वल टू अभी v इधर जाके की हो जाएगा प्लस v प्लस a t डैश माइनस t। सेकेंडली असीं यही चीज अज्यूम कर लेने आ ओ पोजीशन उपर है जदों उन्हें उदों मूव करना स्टार्ट किया ऑब्जेक्ट ने किन्नी वेलोसिटी नाल जा रहा है, शुरू वाली वेलोसिटी u नाल जा रहा। ठीक है, ओ पॉइंट उपरों टाइम की है इत्थे t इज इक्वल टू 0, थोड़ा टाइम बाद असी नोट किया ए पोजीशन उत्ते पहुंच रहा दैट टाइम t इज इक्वल टू t। ठीक, तो इत्थे ओदी वेलोसिटी किन्नी लै ली, इत्थों असी v वेलोसिटी नाल जा रहा मतलब इनिशियल ओदी वेलोसिटी किन्नी होगी u एंड फाइनल वेलोसिटी किन्नी है v एंड इनिशियल टाइम इत्थे की होएगा इहदे लई टाइम t इज इक्वल टू 0 और फाइनली टाइम की होएगा टाइम t इज इक्वल टू t। तो इस केस साडे कोल एक्सेलरेशन की आएगी a इज इक्वल टू फाइनल वेलोसिटी दैट इज इक्वल टू v माइनस इनिशियल वेलोसिटी दैट इज इक्वल टू u बाय फाइनल टाइम दैट इज इक्वल टू t माइनस इनिशियल टाइम दैट इज इक्वल टू 0। a इज इक्वल टू v माइनस u बाय t। इट मीन्स क्रॉस मल्टीप्लाई करके किया गया a t इज इक्वल टू v माइनस u। तो साढ़े कोल किया गया u इधर आके प्लस u प्लस a t इज इक्वल टू v मीन्स किया गया v इज इक्वल टू u प्लस a t दैट इज इक्वल साडी एक इक्वेशन आ गई। ਇਹ ਵਾਲੀ ਇਕੁਏਸ਼ਨ ਸਾਡੀ ਕਿੱਥੋਂ ਆਈ ਹੈ, ਸ਼ੁਰੂ ਆਪਾਂ ਕੀ ਕੀਤਾ ਸੀਗਾ वेलोसिटी ते टाइम दे रिलेशन तो, मतलब कित्थों आई है फ्रॉम वेलोसिटी टाइम रिलेशन। फर्स्ट इक्वेशन असी वेलोसिटी टाइम रिलेशन तो कड्डी है। नैक्सट असी गल करते हैं पोजीशन टाइम रिलेशन तो इक्वेशन ड्राइव करन दी। पोजीशन टाइम रिलेशन तो असी देखते हैं टाइम t इज इक्वल टू 0 पर
ठीक है। पार्टिकल ओ पोजीशन उपर पिया, ठीक है। और फिर थोड़े टाइम बाद असी नोट किया ए पॉइंट उपर रीच किया, उस तो थोड़े टाइम बाद वो बी पॉइंट उपर रीच किया। जद असी ए पॉइंट उत्ते रीच किया टाइम टी इज इक्वल टू टी सी, और जब बी पॉइंट ते रीच किया टी इज इक्वल टू टी डैश। और ओरिजन तो यानी ओ तो असी डिस्टेंस नोट किया, फर्स्ट लई ए एक्स सीगा और सेकंड बी पॉइंट लई की सीगा ये एक्स डैश। पोजीशन टाइम तो साडे कोल की आंदी हुंदी है वेलोसिटी, तो असी देखांगे कि वेलोसिटी साडी किहदे बराबर आई है, एवरेज वेलोसिटी। चेंज इन पोजीशन बाय टाइम, चेंज इन पोजीशन दैट इज इक्वल टू एक्स डैश माइनस एक्स, चेंज इन टाइम दैट इज टी डैश माइनस टी। सो इस सॉल्व किया क्रॉस मल्टीप्लाई करके, वी एवरेज इट मीनस की हुंदा ओवर वन, क्रॉस मल्टीप्लाई करो वी एवरेज इंटू टी डैश माइनस टी दैट इज इक्वल टू एक्स डैश माइनस एक्स। तो इतों असीं एक्स डैश की वैल्यू कड्डांगे, वो एक्स डैश की वैल्यू की आ जाएगी, आ एक्स इधर जाके प्लस एक्स प्लस वी एवरेज टी डैश माइनस टी। तो एक्स डैश की आ गया एक्स प्लस वी एवरेज टी डैश माइनस टी। पहला असीं एक एवरेज वेलोसिटी लई भी रिलेशन देखिया सीगा, वी एवरेज किहदे इक्वल सी सम ऑफ ऑल द वेलोसिटीज, यानी किहड़ियां वेलोसिटीज ने साडे कोल v ते दूसरी वाली की है v डैश, दोनों नू प्लस कर दो डिवाइड बाय नंबर ऑफ वेलोसिटीज दैट मीन्स 2। कितनियां वेलोसिटीज ने दो, एक v है दूसरी v डैश, ठीक है। क्योंकि पहला पार्टिकल देखो टाइम t इज इक्वल टू 0 ते x पोजीशन है, यानी वो मान लेने v वेलोसिटी नाल मूव कर रहा, और नेक्स्ट वो कितनी वेलोसिटी नाल मूव करना स्टार्ट कर दिंदा है v डैश वेलोसिटी नाल। तो असीं देख सकते हैं एवरेज वेलोसिटी की होएगी दोनों वेलोसिटी दा सम डिवाइड बाय 2। तो असीं आ रिलेशन वी एवरेज दा असीं इत्थे पुट करांगे स्टार नंबर इक्वेशन दे विच, पुट इन इक्वेशन स्टार। तो इत्थों साडी एक्स डैश इज इक्वल टू एक्स प्लस वी एवरेज की आ गया वी प्लस वी डैश बाय 2 इंटू टी डैश माइनस टी। आपां इत्थे एक रिलेशन देखिया वी डैश दी वैल्यू वाला, वी डैश की है v प्लस ए टी डैश माइनस टी, पुट करो इधर एक्स डैश इज इक्वल टू एक्स प्लस वी डैश की वैल्यू की है v प्लस ए टी डैश माइनस टी, पुट किया v प्लस ए टी डैश माइनस टी डिवाइड बाय 2 इंटू टी डैश माइनस टी। तो 2 आ सारा कुछ मल्टीप्लाई च 2 असी बाहर लिख सकते हैं, असी लिख सकते हैं एक्स प्लस 1/2 वी प्लस ए टी डैश माइनस टी इंटू टी डैश माइनस टी। सॉल्व किया एक्स प्लस 1/2 वी प्लस वी की हो जाएगा 2v प्लस ए टी डैश माइनस टी। सारी टर्म कितना मल्टीप्लाई च टी डैश माइनस टी नाल, हुण आ सारी दी सारी टर्म फर्स्ट वाली टर्म नाल भी मल्टीप्लाई होएगा और सारी टर्म सेकंड नाल भी मल्टीप्लाई होएगा। एक्स प्लस 1/2 2v इंटू टी डैश माइनस टी प्लस ए टी डैश माइनस टी दा स्क्वायर, क्योंकि 2 बार हो जाएगा इट मीन्स इधर क्या आ जाएगा स्क्वायर। एक्स प्लस 1/2 इंटू आ सारी टर्म 2v टी डैश माइनस टी प्लस 1/2 इधर भी सारी टर्म ना मल्टीप्लाई 1/2 एक्स एज इट इज 1/2 सारी टर्म ना मल्टीप्लाई 1/2 इधर सारी टर्म ना मल्टीप्लाई ए टी डैश माइनस टी दा स्क्वायर। 2 नाला 2 कट की रह गया एक्स प्लस वी टी डैश माइनस टी प्लस 1/2 ए टी डैश माइनस टी दा स्क्वायर दैट इज इक्वल टू एक्स डैश। हुण असीं इत्थे स्पैशल कंडीशनस अज्यूम कर लैने आ, दैट कंडीशन असीं मान लैने आ कि फाइनल जो है साडा एक्स डैश सी इत्थे वो किहदे इक्वल है एक्स दे, और जो साडी इनिशियल डिस्टेंस आ दैट हेयर एक्स वो किहदे इक्वल है एक्स नॉट दे, ठीक है। सेम केस टाइम दे नाल इनिशियल साडे कोल टाइम इत्थे की आ रहा टी मान लेने और फाइनल असी मान लेने टी, मतलब टाइम टी इज इक्वल टू 0 ते किन्नी पोजीशन सी एक्स नॉट टाइम टी डैश
यानी कि फाइनली टाइम t ਉੱਪਰ ਉਹਦੀ ਪੋਜੀਸ਼ਨ ਕੀ ਸੀਗੀ x। ਹੁਣ ਅਸੀਂ ਇਹ ਚੀਜ਼ ਅਜ਼ਿਊਮ ਕਰ ਲੈਣੇ ਔਰ ਇੱਥੇ ਪੁੱਟ ਕਰਾਂਗੇ। ਪੁੱਟ ਕਰਦੇ ਹਾਂ ਕੀ ਆ ਜਾਏਗਾ। ਇੱਕ ਚੀਜ਼ ਹੋਰ ਦੇਖੋ, ਇਸ ਇਕੁਏਸ਼ਨ ਦੇ ਵਿੱਚ ਵੈਲੋਸਿਟੀ ਵੀ ਹੈ। ਅਸੀਂ ਇਨੀਸ਼ੀਅਲ ਵੈਲੋਸਿਟੀ ਕੀ ਮੰਨਦੇ ਹੁੰਦੇ ਆ u, ਔਰ ਫਾਈਨਲ ਵੈਲੋਸਿਟੀ ਸਾਡੀ ਕੀ ਹੁੰਦੀ ਹੈ ਫਾਈਨਲ। ਇੱਥੇ ਪਹਿਲਾਂ ਲਿਖਿਆ ਵੀ ਇਨੀਸ਼ੀਅਲ ਸਾਡੀ ਕੀ ਹੈ u। ਤੇ ਇੱਥੇ ਅਸੀਂ ਪੁੱਟ ਕਰਾਂਗੇ x ਡੈਸ਼ ਦੀ ਜਗ੍ਹਾ ਤੇ x, x ਨੋਟ ਦੀ ਜਗ੍ਹਾ ਤੇ x ਦੀ ਜਗ੍ਹਾ ਤੇ x ਨੋਟ ਪਲਸ v ਦੀ ਜਗ੍ਹਾ ਤੇ v ਸਾਡੇ ਕੋਲ ਕੀ ਹੈ ਇੱਥੇ ਇਨੀਸ਼ੀਅਲ, ਫਿਰ ਬਾਅਦ ਵਿੱਚ ਇਨੀਸ਼ੀਅਲ ਲਿਖਿਆ ਗਿਆ u। t ਡੈਸ਼ ਦੀ ਜਗ੍ਹਾ ਤੇ t ਡੈਸ਼ ਦੀ ਜਗ੍ਹਾ ਤੇ t ਔਰ t ਦੀ ਜਗ੍ਹਾ ਤੇ ਅਸੀਂ 0 ਪੁੱਟ ਕਰਤਾ ਪਲਸ 1/2a। t ਡੈਸ਼ ਦੀ ਜਗ੍ਹਾ ਤੇ ਅਸੀਂ ਫਿਰ t ਲਿਖਿਆ ਔਰ t ਦੀ ਜਗ੍ਹਾ ਤੇ ਅਸੀਂ 0 ਦਾ ਸਕੁਅਰ ਲਿਖਤਾ। ਤਾਂ ਸਾਡੇ ਕੋਲ ਕੀ ਆ ਗਿਆ x = x ਨੋਟ ਪਲਸ u t - 0 ਪਲਸ ਹਾਫ a t - 0 ਦਾ ਸਕੁਅਰ। x as it is, x not as it is plus u t - 0 that is equal to t plus half a t - 0 ਦਾ square that means t ਦਾ square। ਤਾਂ x not ਅਸੀਂ ਇਧਰ ਆ ਕੇ ਮਾਈਨਸ ਕਰਤਾ, x - x not is equal to ut plus half a t square। ਠੀਕ ਹੈ, x - x not ਸਾਡੇ ਕੋਲ ਕੀ ਹੈ ਚੇਂਜ ਇਨ ਪੋਜੀਸ਼ਨ। ਚੇਂਜ ਇਨ ਪੋਜੀਸ਼ਨ ਨੂੰ ਅਸੀਂ s ਸਾਈਨ ਨਾਲ ਰਿਪਰੈਜ਼ੈਂਟ ਕੀਤਾ, ਸੋ s is equal to ut plus half at square ਸਾਡੇ ਕੋਲ ਇਕੁਏਸ਼ਨ ਆ ਗਈ। ਹੁਣ ਤੱਕ ਅਸੀਂ ਦੋ ਇਕੁਏਸ਼ਨਸ ਡਰਾਈਵ ਕੀਤੀਆਂ, ਹੁਣ ਅਸੀਂ ਥਰਡ ਇਕੁਏਸ਼ਨ ਡਰਾਈਵ ਕਰਾਂਗੇ। ਥਰਡ ਇਕੁਏਸ਼ਨ ਨੂੰ ਡਰਾਈਵ ਕਰਨ ਤੋਂ ਪਹਿਲਾਂ ਅਸੀਂ ਜੋ ਆ ਇਕੁਏਸ਼ਨ ਪਹਿਲਾਂ ਫਾਈਂਡ ਆਊਟ ਕਰ ਲਈ ਹੋਈ ਹੈ x = x dash is equal to x plus v t dash minus t plus half a t dash minus t ਦਾ ਸਕੁਅਰ। ਇਹਨੂੰ ਦੁਬਾਰਾ ਰਾਈਟ ਕਰਾਂਗੇ। ਅਸੀਂ ਕਾ ਰਿਲੇਸ਼ਨ ਦੇਖਿਆ ਸੀ a is equal to v dash minus v by t dash minus t। ਇਸ ਰਿਲੇਸ਼ਨ ਤੋਂ ਅਸੀਂ t dash minus t ਦੀ ਵੈਲਿਊ ਫਾਈਂਡ ਆਊਟ ਕਰਾਂਗੇ, that t dash minus t is equal to v dash minus v by a। ਤਾਂ ਹੁਣ ਅਸੀਂ t dash minus t ਦੀ ਵੈਲਿਊ ਇਸ ਰਿਲੇਸ਼ਨ 'ਚ ਪੁੱਟ ਕਰਾਂਗੇ। x dash is equal to x plus v t dash minus t ਦੀ ਜਗ੍ਹਾ ਤੇ ਅਸੀਂ ਲਿਖਾਂਗੇ v dash minus v by a plus half a v dash minus v by a ਦਾ ਹੋਲ ਸਕੁਅਰ। ਇਸ ਇਕੁਏਸ਼ਨ ਨੂੰ ਸੋਲਵ ਕੀਤਾ, x plus v ਅੰਦਰ ਮਲਟੀਪਲਾਈ ਕਰਾਂਗੇ, ਦੈਨ ਕੀ ਬਣ ਜਾਏਗਾ ਇਹ v dash minus v by a as it is plus 1/2 ਉੱਪਰ a ਆ, a ਕੀ ਲਿਖਾਂਗੇ v dash minus v ਦਾ ਸਕੁਅਰ ਡਿਵਾਈਡ ਬਾय a ਸਕੁਅਰ। a ਸਕੁਅਰ ਨਾਲ ਇੱਕ a ਕੱਟ ਹੋ ਗਿਆ, ਮੀਨਸ ਇੱਥੇ ਕੀ ਬਣ ਗਿਆ 1/2 v dash minus v ਸਾਰੀ ਟਰਮ ਦਾ ਸਕੁਅਰ ਡਿਵਾਈਡ ਬਾय a। ਇਹ ਕੀ ਹੈ v dash minus v as it is। ਠੀਕ ਹੈ, ਹੁਣ ਅਸੀਂ LCM ਲੈਣੇ ਆ। LCM ਲੈਣ ਤੋਂ ਪਹਿਲਾਂ ਅਸੀਂ ਕੀ ਦੇਖਾਂਗੇ, x ਇਧਰ ਆ ਕੇ ਮਾਈਨਸ ਕਰ ਦਾਂਗੇ। x dash minus x ਡਿਸਪਲੇਸਮੈਂਟ ਵਾਲੀਆਂ ਸਾਰੀਆਂ ਟਰਮਸ ਇੱਕ ਸਾਈਡ ਤੇ ਲਿਖ ਲੀਆਂ। v dash minus v by a plus half। ठीक है, now we are taking the LCM that 2a denominator 2a है, LCM लेते हैं इधर की आ जाएगा 2v v dash minus v प्लस नीचे 2a ऑलरेडी है की आ जाएगा फिर सिंपली v dash minus v ਦਾ होल स्क्वायर। ਹੁਣ ਅਸੀਂ ਇਹਨੂੰ ਸੋल्व ਕਰਦੇ ਹਾਂ, ਅੰਦਰ ਮਲਟੀਪਲਾਈ ਕਰਕੇ ਕੀ ਬਣੇਗਾ 2v v dash माइनस 2v स्क्वायर प्लस v डैश ਦਾ ਸਕੁਅਰ प्लस v स्क्वायर माइनस 2v v डैश। ਇੱਥੇ ਕੀ ਕੀਤਾ a माइनस b ਦਾ ਹੋਲ ਸਕੁਅਰ ਖੋਲਿਆ। a माइनस b ਦਾ ਹੋਲ ਸਕੁਅਰ ਕੀ ਦੇ ਇਕੁਅਲ ਹੁੰਦਾ a स्क्वायर प्लस b स्क्वायर माइनस 2ab डिवाइड बाय 2a एज इट इज। ਹੁਣ ਇਸ ਰਿਲੇਸ਼ਨਸ ਦੇਖੋ 2v v डैश माइनस 2v v डैश कट ਸਾਡੇ ਕੋਲ ਕੀ ਰਹਿ ਜਾਏਗਾ ਇੱਥੇ v स्क्वायर v डैश ਦਾ ਸਕੁਅਰ ਐਜ਼ ਇਟ ਇਜ਼। ਆ ਕੀ ਹੈ ਮਾइनस ऑफ 2v स्क्वायर प्लस v स्क्वायर ਕੀ ਬਣੇਗਾ माइनस v स्क्वायर डिवाइड बाय 2a। राइट साइड ਤੇ ਕੀ ਹੈ ਸੀਗਾ ਇਹ ਸਾਰੀ ਟਰਮ, ਦੂਸਰੀ ਸਾਈਡ ਕੀ ਹੈ x डैश माइनस x। ਤਾਂ ਸਾਡੇ ਕੋਲ ਇੱਕ ਰਿਲੇਸ਼ਨ ਹੈ। ਅਸੀਂ ਇਸ ਰਿਲੇਸ਼ਨ ਨੂੰ ਦੁਬਾਰਾ ਅੱਗੋਂ ਸੋਲਵ ਕਰਦੇ ਹਾਂ। v ਡੈਸ਼ ਦਾ ਸਕੁਅਰ ਮਾਈਨਸ v ਸਕੁਅਰ ਇਜ਼ ਇਕੁਅਲ ਟੂ 2a ਕ੍ਰਾਸ ਮਲਟੀਪਲਾਈ ਕੀਤਾ x ਡੈਸ਼ ਮਾਈਨਸ x। ਹੁਣ ਅਸੀਂ ਕੰਡੀਸ਼ਨ ਪੁੱਟ ਕਰਾਂਗੇ ਇਨੀਸ਼ੀਅਲ
ਐਂਡ ਫਾਈਨਲ। ਠੀਕ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਪੋਜੀਸ਼ਨ ਦੀ ਤਾਂ ਸਾਡੀ ਪੋਜੀਸ਼ਨ 'ਚ ਕੀ ਚੇਂਜ ਆ, ਇਨੀਸ਼ੀਅਲ ਅਸੀਂ x ਦੀ ਜਗ੍ਹਾ ਤੇ ਅਸੀਂ ਕੀ ਲਿਖ ਦਿੰਨੇ ਆ x ਨॉट, ਔਰ ਫਾਈਨਲ ਸਾਡੇ ਕੋਲ ਕੀ ਸੀ x ਡੈਸ਼, ਉਹਦੀ ਜਗ੍ਹਾ ਤੇ ਅਸੀਂ ਕੀ ਲਿਖਾਂਗੇ x। ਠੀਕ ਹੈ, ਸੈਕਿੰਡ ਅਸੀਂ ਗੱਲ ਕਰਦੇ ਹਾਂ ਵੈਲੋਸਿਟੀ ਦੀ। ਇਨੀਸ਼ੀਅਲ ਅਸੀਂ ਵੈਲੋਸਿਟੀ ਜੋ ਇੱਥੇ v ਸੀ ਉਹਦੀ ਜਗ੍ਹਾ ਤੇ ਅਸੀਂ ਲਿਖਾਂਗੇ u, ਔਰ ਫਾਈਨਲ ਅਸੀਂ ਅਸਿਊਮ ਕਰ ਲੈਨੇ ਆ ਉਹ ਕਿੰਨੀ ਵੈਲੋਸਿਟੀ ਨਾਲ ਜਾ ਰਿਹਾ v। ਠੀਕ ਹੈ, then ਅਸੀਂ ਇਹ ਰਿਲੇਸ਼ਨ ਦੇ ਵਿੱਚ ਪੁੱਟ ਕਰਾਂਗੇ। v ਡੈਸ਼ ਦੀ ਜਗ੍ਹਾ ਤੇ ਅਸੀਂ ਲਿਖਾਂਗੇ v ਦਾ ਸਕੁਅਰ ਮਾਈਨਸ u ਦਾ ਸਕੁਅਰ ਇਜ਼ ਇਕੁਅਲ ਟੂ 2a। x ਡੈਸ਼ ਦੀ ਜਗ੍ਹਾ ਤੇ ਅਸੀਂ ਲਿਖਤਾ x, ਔਰ x ਦੀ ਜਗ੍ਹਾ ਤੇ ਅਸੀਂ ਲਿਖਤਾ x ਨॉट। ਤੁਸੀਂ ਦੇਖੋ ਇਹ ਚੀਜ਼ ਅਸਿਊਮ ਕਰ ਲਓ, ਪਾਰਟੀਕਲ ਉਹ ਪੋਜੀਸ਼ਨ ਉੱਪਰ ਪਿਆ, ਮੂਵ ਕਰਨਾ ਸਟਾਰਟ ਕੀਤਾ, ਉਹ ਪੁਆਇੰਟ ਟਾਈਮ t ਇਜ਼ ਇਕੁਅਲ ਟੂ 0 ਤੇ ਸੀ। ਠੀਕ ਹੈ, ਇਹਦੀ ਇਹ ਪੋਜੀਸ਼ਨ ਤੇ ਪਹੁੰਚਿਆ, O ਤੋਂ A ਤੱਕ ਦਾ ਡਿਸਟੈਂਸ ਅਸੀਂ x ਨॉट ਅਸਿਊਮ ਕਰ ਰਹੇ ਹਾਂ, ਔਰ A ਪੋਜੀਸ਼ਨ ਤੱਕ ਪਹੁੰਚਣ ਲਈ ਉਹਨੇ ਵੈਲੋਸਿਟੀ u ਨਾਲ ਮੂਵ ਕਰਨਾ ਸ਼ੁਰੂ ਕੀਤਾ। ਨੈਕਸਟ A to B ਪੁਆਇੰਟ ਤੱਕ ਪਹੁੰਚ ਰਿਹਾ x ਐਕਸਿਸ ਅਲੋਂਗ ਮੂਵ ਕਰਕੇ। O ਤੋਂ ਲੈ ਕੇ B ਤੱਕ ਦਾ ਡਿਸਟੈਂਸ ਅਸੀਂ x ਮੰਨ ਲਿਆ, ਇੱਥੇ ਅਸੀਂ ਟਾਈਮ B ਪੁਆਇੰਟ ਤੇ ਟਾਈਮ t ਇਜ਼ ਇਕੁਅਲ ਟੂ t ਲੈ ਲਿਆ। ਠੀਕ ਹੈ, ਔਰ ਨੈਕਸਟ ਅਸੀਂ ਕੀ ਕਿਹਾ ਕਿ ਇਸ ਪੁਆਇੰਟ ਤੇ ਇਹਦੀ ਵੈਲੋਸਿਟੀ ਕਿੰਨੇ ਨਾਲ ਮੂਵ ਕਰ ਰਿਹਾ ਸੀ, ਇਹ v ਵੈਲੋਸਿਟੀ ਨਾਲ ਮੂਵ ਕਰਨਾ ਸਟਾਰਟ ਕੀਤਾ ਸੀ। ਸੋ ਸਾਡੇ ਕੋਲ ਇਹ ਚੀਜ਼ ਆ ਗਈ, ਔਰ x ਡੈਸ਼ x ਮਾਈਨਸ x ਨॉट ਸਾਡੇ ਕੋਲ ਕੀ ਹੈ ਚੇਂਜ ਇਨ ਪੋਜੀਸ਼ਨ, ਤਾਂ 2a ਇਸ ਚੇਂਜ ਇਨ ਪੋਜੀਸ਼ਨ ਨੂੰ ਅਸੀਂ s ਲੈ ਲੈਨੇ ਆ, v ਸਕੁਅਰ ਮਾਈਨਸ u ਸਕੁਅਰ। ਤਾਂ ਸਾਡੇ ਕੋਲ ਇਕੁਏਸ਼ਨ ਆਫ ਮੋਸ਼ਨ ਆ ਗਈ। ਹੁਣ ਅਸੀਂ ਤਿੰਨ ਇਕੁਏਸ਼ਨ ਆਫ ਮੋਸ਼ਨ ਡਰਾਈਵ ਕੀਤੀਆਂ। ਇੱਕ ਅਸੀਂ ਕੀਤੀ ਹੈ v ਸਕੁਅਰ ਮਾਈਨਸ u ਸਕੁਅਰ ਇਜ਼ ਇਕੁਅਲ ਟੂ 2as, ਜੋ ਅਸੀਂ ਆ ਡਰਾਈਵ ਕੀਤੀ ਆ। ਦੂਸਰੀ ਅਸੀਂ ਕੀਤੀ ਸੀ s ਇਜ਼ ਇਕੁਅਲ ਟੂ ut ਪਲਸ ਹਾਫ at ਸਕੁਅਰ, ਔਰ ਥਰਡ ਵਨ ਅਸੀਂ ਕੀ ਡਰਾਈਵ ਕੀਤੀ ਸੀ v ਇਜ਼ ਇਕੁਅਲ ਟੂ u ਪਲਸ at।